ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੰਗਰ ਦੀ ਮਹਾਨਤਾ ਨੂੰ ਦਰਸਾਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਦਾ ਸਰਬ ਸਾਂਝਾ ਲੰਗਰ ਚੱਲਦਾ ਸੀ, ਜਿੱਥੋਂ ਇੱਕੋ ਪੰਗਤ ਵਿੱਚ ਬੈਠ ਕੇ ਸਾਰੇ ਅਤਿਥੀ ਤੇ ਅਨੰਦਪੁਰ ਵਾਸੀ ਲੰਗਰ ਛਕਦੇ ਸਨ। ਉੱਥੇ ਜੋ ਮੁਕਾਮੀ ਸਿੱਖ ਪੱਕੇ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਸ਼ਰਾਮ ਕਰਦੇ ਸਨ, ਉਹਨਾਂ ਦੇ ਅਸਥਾਨਾਂ ਤੇ ਵੀ ਅਭਿਆਗਤਾਂ ਲਈ ਲੰਗਰ ਚੱਲਦੇ ਸਨ। ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਮੁਕਾਮੀ ਸਿੱਖਾਂ ਦੇ ਲੰਗਰਾਂ ਦੀ ਪਰਖ ਕਰਨ ਵਾਸਤੇ ਬੇਹੰਗਮੀ ਭੇਸ ਧਾਰਨ ਕੀਤਾ ਤੇ ਸਵੇਰੇ ਸਵਖਤੇ ਹੀ ਆਪਣੇ ਅਸਥਾਨ ਤੋਂ ਚੱਲ ਪਏ। ਲੰਗਰਾਂ ਵਿੱਚ ਜਾ ਕੇ ਸੱਦ ਦਿੱਤੀ ਤੇ ਪੇਟ ਆਹਾਰ ਲਈ ਅੰਨ ਦੀ ਮੰਗ ਕੀਤੀ। ਕਿਸੇ ਲੰਗਰ ਵਾਲੇ ਨੇ ਕਿਹਾ ਕਿ ਅਜੇ ਸਵੇਰਾ ਹੈ, ਲੰਗਰ ਨਹੀਂ ਪੱਕਾ, ਜ਼ਰਾ ਠਹਿਰ ਕੇ ਆਉਣਾ। ਕਿਸੇ ਨੇ ਕਿਹਾ ਕਿ ਹਲੇ ਲੰਗਰ ਤਿਆਰ ਨਹੀਂ, ਤਿਆਰੀ ਕਰ ਰਹੇ ਹਾਂ। ਕਿਸੇ ਨੇ ਕਿਹਾ ਕਿ ਜਿਸ ਸਮੇਂ ਲੰਗਰ ਦੀ ਘੰਟੀ ਵੱਜੇਗੀ ਉਸ ਸਮੇਂ ਪ੍ਰਸ਼ਾਦਾ ਮਿਲੇਗਾ। ਕਿਸੇ ਨੇ ਕਿਹਾ ਅਜੇ ਲੰਗਰ ਦੀ ਅਰਦਾਸ ਨਹੀਂ ਹੋਈ। ਸਾਰੇ ਦਰਾਂ ਤੋਂ ਆਪ ਜੀ ਨਾਹ ਵਿੱਚ ਉੱਤਰ ਲੈ ਕੇ ਮੁੜ ਆਏ। ਅਖੀਰ ਗੁਰੂ ਜੀ ਭਾਈ ਨੰਦ ਲਾਲ ਜੀ ਦੇ ਚਲਾਏ ਜਾ ਰਹੇ ਲੰਗਰ ਵਿੱਚ ਪੁੱਜ ਗਏ ਤੇ ਪੇਟ ਦੀ ਭੁੱਖ ਦੀ ਨਿਵਰਤੀ ਲਈ ਅੰਨ ਦੀ ਮੰਗ ਕੀਤੀ। ਭਾਈ ਨੰਦ ਲਾਲ ਆਵਾਜ਼ ਸੁਣ ਕੇ ਬਾਹਰ ਆਏ ਤੇ ਬੇਨਤੀ ਕੀਤੀ, ਜੀ ਦਾਲ ਰਿੱਝ ਰਹੀ ਹੈ, ਆਟਾ ਗੁੱਦਾ ਹੈ, ਮੈਂ ਹੁਣੇ ਹਾਜ਼ਰ ਕਰਦਾ ਹਾਂ। ਜੇ ਬੈਠੋ ਤਾਂ ਫੁਲਕਾ ਤਿਆਰ ਕਰ ਦਿੰਦਾ ਹਾਂ। ਚੌਜੀ ਪ੍ਰੀਤਮ ਜੀ ਨੇ ਕਿਹਾ, ਠਹਿਰ ਨਹੀਂ ਸਕਦੇ। ਭਾਈ ਨੰਦ ਲਾਲ ਜੀ ਨੇ ਅੱਧ ਰਿੱਝੀ ਦਾਲ, ਘਿਓ ਤੇ ਗੁੱਦਾ ਆਟਾ ਗੁਰੂ ਜੀ ਦੇ ਅੱਗੇ ਹਾਜ਼ਰ ਕਰ ਦਿੱਤਾ। ਗੁਰੂ ਜੀ ਨੇ ਬੜੇ ਪ੍ਰੇਮ ਨਾਲ ਗੁੱਦਾ ਆਟਾ, ਅੱਧ ਕੱਚੀ ਦਾਲ ਤੇ ਘਿਓ ਲੈ ਕੇ ਅਸੀਸਾਂ ਦਿੱਤੀਆਂ ਤੇ ਵਾਪਸ ਆਪਣੇ ਟਿਕਾਣੇ ਤੇ ਚਲੇ ਗਏ। ਅਗਲੇ ਦਿਨ ਜਦੋਂ ਦੀਵਾਨ ਸਜਿਆ ਤੇ ਸਤਿਗੁਰੂ ਜੀ ਨੇ ਭਰੇ ਦੀਵਾਨ ਵਿੱਚ ਅੱਧ ਕੱਚੀ ਦਾਲ, ਆਟਾ, ਘਿਓ ਦਿਖਾ ਕੇ ਸੰਗਤ ਨੂੰ ਸੰਬੋਧਨ ਕਰਕੇ ਆਖਿਆ, ਸੰਗਤ ਜੀ, ਭਾਈ ਨੰਦ ਲਾਲ ਜੀ ਦਾ ਲੰਗਰ ਬਹੁਤ ਸ਼ਲਾਘਾਯੋਗ ਹੈ। ਬਾਕੀ ਲੰਗਰਾਂ ਪ੍ਰਤੀ ਵੀ ਦੱਸਿਆ ਤੇ ਹੁਕਮ ਕੀਤਾ, ਸੰਗਤ ਜੀ, ਭਾਈ ਨੰਦ ਲਾਲ ਜੀ ਨੇ ਜੋ ਤਿਆਰ ਸੀ ਹਾਜ਼ਰ ਕਰਕੇ ਖੁਸ਼ੀ ਪ੍ਰਾਪਤ ਕੀਤੀ ਹੈ। ਫਿਰ ਗੁਰੂ ਜੀ ਨੇ ਸਮਝਾਇਆ ਕਿ ਜੋ ਵੀ ਅਤਿਥੀ ਜਿਸ ਵੇਲੇ ਵੀ ਆਵੇ, ਜੋ ਤਿਆਰ ਹੈ ਉਸ ਨੂੰ ਦੇ ਕੇ ਉਸ ਦੀ ਅਸੀਸ ਪ੍ਰਾਪਤ ਕਰੇ। ਫਿਰ ਗੁਰੂ ਜੀ ਨੇ ਫਰਮਾਇਆ, ਨੰਦ ਲਾਲ ਭਾ ਹਮਰੋ ਦਾਤਾ, ਭਗਤ ਪਾਓ ਸੰਚਨ ਮਨ ਰਾਤਾ, ਛੁਧਤ ਨਾ ਦੇਖ ਸਕੈ ਚਿਰ ਭਾਰੋ, ਦੇਗ ਕਰਤ ਸੋਈ ਹਮ ਪਿਆਰੋ। ਸਾਧ ਸੰਗਤ ਜੀ, ਲੰਗਰ ਦੀ ਮਹਾਨਤਾ ਤੇ ਲੋੜ ਭਾਈ ਨੰਦ ਲਾਲ ਜੀ ਨੇ ਸਮਝੀ ਹੈ। ਹਰ ਗੁਰਸਿੱਖ ਨੂੰ ਇਹਨਾਂ ਦੀ ਕਰਨੀ ਤੋਂ ਸੇਧ ਲੈਣੀ ਚਾਹੀਦੀ ਹੈ। ਅਭਿਆਗਤ ਦੀ ਤਤਸ਼ੀਨ ਲੋੜ ਪੂਰੀ ਕਰਨੀ ਚਾਹੀਦੀ ਹੈ। ਜੋ ਘਰ ਵਿੱਚ ਤਿਆਰ ਹੈ, ਅਤਿਥੀ ਅੱਗੇ ਪਰੋਸ ਕੇ ਉਸ ਦੀ ਜਠਰ ਅਗਨੀ ਨੂੰ ਸ਼ਾਂਤ ਕਰਕੇ ਅਭਿਆਗਤ ਦੀ ਅਸੀਸ ਪ੍ਰਾਪਤ ਕਰਨੀ ਚਾਹੀਦੀ ਹੈ। ਜਦੋਂ ਆਪਾਂ ਸਤਿਗੁਰਾਂ ਦੇ ਜੀਵਨ ਕਾਲ ਵੱਲ ਵੇਖਦੇ ਹਾਂ ਤੇ ਦੀਰਘ ਵਿਚਾਰ ਕਰਦੇ ਹਾਂ, ਸਤਿਗੁਰੂ ਜੀ ਦੇ ਸਮੇਂ ਗੁਰੂ ਘਰ ਵਿੱਚ ਦੋ ਤਰ੍ਹਾਂ ਦੇ ਲੰਗਰਾਂ ਦਾ ਸੰਕੇਤ ਮਿਲਦਾ ਹੈ। ਇੱਕ ਪੇਟ ਦੀ ਪੂਰਤੀ ਦਾ ਲੰਗਰ, ਜਿਸ ਪ੍ਰਥਾਏ ਸੱਤਾ ਬਲਵੰਡ ਜੀ ਨੇ ਗੁਰਬਾਣੀ ਅੰਦਰ ਲਿਖਿਆ ਹੈ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਓ ਪਤਰਾਲੀ, ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਕੇ ਆਲੀ। ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਗੁਰੂ ਕੇ ਸਿੱਖ ਅੱਜ ਵੀ ਹਰ ਗੁਰੂ ਘਰ ਵਿੱਚ ਆਪਣੇ ਘਰਾਂ ਨਾਲੋਂ ਸੁੰਦਰ ਤੇ ਸਵਾਦਿਕ ਭੋਜਨ ਬਣਾ ਕੇ ਸੰਗਤਾਂ ਨੂੰ ਛਕਾ ਕੇ ਅਸੀਸਾਂ ਪ੍ਰਾਪਤ ਕਰਦੇ ਹਨ। ਹੋਰ ਗੁਰੂ ਘਰ ਨੂੰ ਛੱਡ ਲਈਏ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਲੰਗਰ ਅੰਮ੍ਰਿਤਸਰ ਸਾਹਿਬ ਵਿਖੇ ਹੀ ਹਰ ਰੋਜ਼
ਸਵਾ ਲੱਖ ਤੋਂ ਵੱਧ ਲੋੜਵੰਦ ਤੇ ਯਾਤਰੂ ਲੰਗਰ ਛਕ ਕੇ ਆਪਣੀ ਜਠਰ ਅਗਨੀ ਨੂੰ ਸ਼ਾਂਤ ਕਰਕੇ ਧੰਨ ਗੁਰੂ ਰਾਮਦਾਸ ਪੁਕਾਰਦੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਕੀਤੇ ਖਰੇ ਸੌਦੇ ਦੀ ਪਰੰਪਰਾ ਦੇ ਗੁਣ ਗਾਉਂਦੇ ਕਾਇਲ ਹੋ ਕੇ ਧੰਨ ਸਤਿਗੁਰੂ ਸ਼ਰਧਾ ਵਿੱਚ ਆ ਕੇ ਪੁਕਾਰਦੇ ਹਨ। ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ ਦੇਸ਼ ਵਿੱਚ ਜਾਂ ਵਿਦੇਸ਼ ਵਿੱਚ ਕੋਈ ਚਲਾ ਜਾਏ, ਅਜਿਹੀ ਲੰਗਰ ਦੀ ਪਰੰਪਰਾ ਗੁਰੂ ਅਸਥਾਨਾਂ ਤੋਂ ਬਿਨਾਂ ਕਿਤੇ ਨਹੀਂ ਮਿਲੇਗੀ। ਸ਼ਤਾਬਦੀਆਂ ਜਾਂ ਜੋੜ ਮੇਲਿਆਂ ਉੱਪਰ ਜਿੰਨੇ ਕੁ ਲੰਗਰ ਸੰਗਤਾਂ ਉਤਸ਼ਾਹ ਨਾਲ ਲਾਉਂਦੀਆਂ ਤੇ ਪਿਆਰ ਨਾਲ ਸੰਗਤਾਂ ਨੂੰ ਛਕਣ ਲਈ ਮਜਬੂਰ ਕਰਦੀਆਂ ਹਨ, ਉਹ ਤਾਂ ਦੇਖਾ ਹੀ ਪ੍ਰਵਾਨ ਵਾਲੀ ਗੱਲ ਹੈ। ਅੱਜ ਸਾਡਾ ਸਾਰਾ ਜ਼ੋਰ ਸਥੂਲ ਪੇਟ ਆਹਾਰ ਦੇ ਲੰਗਰ ਬਣਾਉਣ, ਵਰਤਾਉਣ ਅਤੇ ਛਕਣ ਤੇ ਹੀ ਲੱਗ ਗਿਆ ਹੈ। ਅਸੀਂ ਇਸ ਪੇਟ ਆਹਾਰੀ ਲੰਗਰ ਵਿੱਚ ਛਕਣ ਵਾਲੇ ਵੀ ਤੇ ਛਕਾਉਣ ਵਾਲੇ ਵੀ ਇੰਨੇ ਮਸਤ ਹੋ ਗਏ ਹਾਂ। ਅਸੀਂ ਜੋ ਸ਼ਬਦ ਲੰਗਰ ਸਤਿਗੁਰੂ ਆਪ ਵਰਤਾਉਂਦੇ ਸਨ, ਜਿਸ ਪ੍ਰਥਾਏ ਸੱਤਾ ਤੇ ਬਲਵੰਡ ਜੀ ਨੇ ਆਪਣੀ ਬਾਣੀ ਅੰਦਰ ਸੰਕੇਤ ਦਿੱਤਾ ਹੈ ਕਿ ਬਾਬਾ ਲਹਿਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਬਣ ਕੇ ਉਸ ਸੱਚੇ ਹੱਟ ਦੇ ਮਾਲਕ ਗਏ ਹਨ ਤੇ ਜਿਸ ਸਿੰਘਾਸਨ ਤੇ ਬੈਠ ਕੇ ਸਤਿਗੁਰੂ ਨਾਨਕ ਦੇਵ ਜੀ ਸੰਗਤਾਂ ਨੂੰ ਸ਼ਬਦ ਉਪਦੇਸ਼ ਤੇ ਨਾਮ ਦਾ ਲੰਗਰ ਵਰਤਾਉਂਦੇ ਸਨ, ਉਸੇ ਸਿੰਘਾਸਨ ਤੇ ਬੈਠ ਕੇ ਗੁਰੂ ਅੰਗਦ ਦੇਵ ਜੀ ਜਗਿਆਸੂਆਂ ਨੂੰ ਗੁਰੂ ਉਪਦੇਸ਼ ਤੇ ਨਾਮ ਦਾ ਲੰਗਰ ਵਰਤਾ ਰਹੇ ਹਨ। ਤੇ ਉਹ ਗੁਰੂ ਨਾਨਕ ਦੇਵ ਜੀ ਵਾਲਾ ਛਤਰ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਿਰ ਉੱਪਰ ਝੁੱਲ ਰਿਹਾ ਹੈ। ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਨਮੁਖ ਹੁਕਮ ਮੰਨਣ ਦੀ ਬਹੁਤ ਔਖੀ ਘਾਲ ਕੀਤੀ ਹੈ। ਦਸਵੇਂ ਪਾਤਸ਼ਾਹ ਸਿੰਘਾਸਨ ਉੱਪਰ ਬੈਠ ਕੇ ਗੁਰੂ ਨਾਨਕ ਦੇਵ ਜੀ ਦੇ ਕੀਤੇ ਹੁਕਮ ਦੀ ਹੀ ਕਾਰ ਕਰ ਰਹੇ ਹਨ। ਦਿਨ ਰਾਤ ਆਪ ਜੀ ਦੇ ਦਰਬਾਰ ਵਿੱਚ ਗੁਰੂ ਸ਼ਬਦ ਦਾ ਲੰਗਰ ਚੱਲਦਾ ਹੈ, ਜਿਸ ਨੂੰ ਜਗਿਆਸੂ ਪ੍ਰਾਪਤ ਕਰਕੇ ਆਪਣੀ ਆਤਮਾ ਨੂੰ ਤ੍ਰਿਪਤ ਕਰਦੇ ਹਨ। ਗੁਰੂ ਦੇ ਸ਼ਬਦ ਲੰਗਰ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਜਿਉਂ-ਜਿਉਂ ਖਰਚਦੇ ਹਨ, ਭਾਵ ਵੰਡਦੇ ਹਨ, ਗੁਰੂ ਕੇ ਸ਼ਬਦ ਲੰਗਰ ਵਿੱਚ ਭੋਰਾ ਜਿੰਨੀ ਵੀ ਕਮੀ ਨਹੀਂ ਆਉਂਦੀ। ਸ਼ਬਦ ਦਾ ਲੰਗਰ ਜਿਸ ਨੇ ਸਾਡੀ ਆਤਮਾ ਨੂੰ ਆਹਾਰ ਤੇ ਸ਼ਾਂਤੀ ਦੇਣੀ ਸੀ, ਇਹ ਲੰਗਰ ਵਰਤਾਉਣ ਤੇ ਛਕਣ ਦਾ ਕਾਰਜ ਸਾਡੀ ਸਿਮਰਤੀ ਵਿੱਚੋਂ ਨਿਕਲ ਹੀ ਗਿਆ ਹੈ। ਸ਼ਬਦ ਲੰਗਰ ਤਾਂ ਸਥੂਲ ਪੇਟ ਆਹਾਰੀ ਲੰਗਰ ਨਾਲੋਂ ਵੀ ਬਹੁਤ ਜ਼ਰੂਰੀ ਹੈ। ਅੱਜ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤ ਤੇ, ਜਿੱਥੇ ਸਤਿਗੁਰੂ ਜੀ ਨੇ ਪੇਟ ਆਹਾਰੀ ਲੰਗਰ ਦੀ ਮਹਾਨਤਾ ਦਰਸਾਈ ਹੈ, ਉਸ ਦੇ ਦਰਸ਼ਨ ਦੀਦਾਰੇ ਕਰਨ ਜਾਣਾ ਹੈ। ਅਤੇ ਸਾਨੂੰ ਰਸਤੇ ਵਿੱਚ ਥਾਂ ਪੁਰ ਥਾਂ ਸੰਗਤਾਂ ਨੇ ਰੋਕ ਰੋਕ ਕੇ ਲੰਗਰ ਛਕਾਉਣੇ ਹਨ ਤੇ ਆਪਾਂ ਛਕਣੇ ਵੀ ਹਨ। ਉੱਥੇ ਨਾਲ ਨਾਲ ਆਪਾਂ ਪੇਟ ਆਹਾਰੀ ਲੰਗਰਾਂ ਦੇ ਖਰਚੇ 'ਚੋਂ ਦਸਵੰਧ ਕੱਢ ਕੇ ਉਸ ਦਾ ਚੰਗਾ ਗੁਰਮਤਿ ਸਾਹਿਤ ਖਰੀਦ ਕੇ ਗੁਰਬਾਣੀ, ਨਿਤਨੇਮ, ਅਰਥਾਂ ਦੇ ਗੁਟਕੇ ਸਾਹਿਬ ਲਿਆ ਕੇ ਪੇਟ ਆਹਾਰੀ ਲੰਗਰ ਦੇ ਨਾਲ ਸ਼ਬਦ ਲੰਗਰ ਦਾ ਸਟਾਲ ਲਗਾ ਕੇ ਸ਼ਬਦ ਲੰਗਰ ਵੀ ਵਰਤਾਉਣ ਦਾ ਉਪਰਾਲਾ ਕਰੀਏ। ਫਿਰ ਸਤਿਗੁਰੂ ਜੀ ਦੀਆਂ ਸੰਪੂਰਨ ਖੁਸ਼ੀਆਂ ਆਪਾਂ ਪ੍ਰਾਪਤ ਕਰ ਸਕਾਂਗੇ। ਕਿਉਂਕਿ ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੇਅੰਤ ਲੰਗਰ ਚੱਲਦੇ ਸਨ, ਉੱਥੇ ਸਤਿਗੁਰਾਂ ਦੇ ਸਨਮੁਖ ਕਥਾ, ਕੀਰਤਨ, ਗੁਰੂ ਦੇ ਬਚਨਾਂ ਦਾ ਲੰਗਰ ਵੀ ਚੱਲਦਾ ਸੀ। ਸਤਿਗੁਰੂ ਕਲਗੀਧਰ ਜੀ ਨੇ ਬਹੁਤ ਸਾਰੇ ਲਿਖਾਰੀ ਅਤੇ ਵਿਦਵਾਨ ਗੁਟਕੇ, ਪੋਥੀਆਂ ਤੇ ਚੰਗਾ ਸਾਹਿਤ ਲਿਖਣ ਲਈ ਨਾਮਜ਼ਦ ਕੀਤੇ ਸਨ, ਜੋ ਗੁਰੂ ਘਰ 'ਚੋਂ ਰੋਜ਼ੀਨਾ ਪ੍ਰਾਪਤ ਕਰਕੇ ਇਹ ਕੰਮ ਕਰਦੇ ਸਨ। ਜੋੜ ਮੇਲਿਆਂ ਉੱਪਰ ਵੀ ਜਦੋਂ ਬਾਹਰ ਸੰਗਤ ਆਉਂਦੀ ਸੀ, ਉਹ ਬੜੇ ਪਿਆਰ ਨਾਲ ਸੋਹਣੀ ਲਿਖਾਈ ਕਰਕੇ ਗੁਟਕੇ, ਪੋਥੀਆਂ ਕਿੰਨੀ ਕਿੰਨੀ ਗਿਣਤੀ ਵਿੱਚ ਲਿਖ ਕੇ ਲਿਆ ਕੇ ਗੁਰੂ ਚਰਨਾਂ ਵਿੱਚ ਭੇਟ ਕਰਦੀ ਸੀ। ਉਹ ਸਾਰੇ ਲਿਖੇ ਹੋਏ ਗੁਟਕੇ, ਪੋਥੀਆਂ ਤੇ ਚੰਗਾ ਸਾਹਿਤ ਸਤਿਗੁਰੂ ਜੀ ਜੋੜ ਮੇਲਿਆਂ ਤੇ ਆਈ ਹੋਈ ਸੰਗਤ ਨੂੰ ਮੋਖ ਰਹਿਤ ਬਖਸ਼ਿਸ਼ ਕਰਦੇ ਸਨ। ਇਸ ਮਹਾਨ ਕਾਰਜ ਨੂੰ ਅੱਜ ਆਪਾਂ ਭੁੱਲ ਗਏ ਹਾਂ। ਬੀਤਿਆ ਸਮਾਂ ਤਾਂ ਹੱਥ ਨਹੀਂ ਆਉਣਾ। ਜੇ ਆਪਾਂ ਹੁਣ ਵੀ ਸੁਚੇਤ ਹੋ ਜਾਈਏ, ਤਦ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫਰਮਾਨ ਅਜੋਂ ਕੱਛ ਬਿਗੜਿਓ ਨਹੀਂ ਅਨੁਸਾਰ, ਜੇ ਅਜੇ ਵੀ ਸੁਚੇਤ ਨਾ ਹੋਵਾਂਗੇ, ਤਦ ਆਉਣ ਵਾਲੀ ਪੀੜ੍ਹੀ ਸਾਨੂੰ ਕੋਸਦੀ ਰਹੇਗੀ ਕਿ ਸਾਨੂੰ ਸਾਡੇ ਪੁਰਖਿਆਂ ਨੇ ਪੇਟ ਆਹਾਰੀ ਲੰਗਰ ਤਾਂ ਦਿੱਤਾ, ਪਰ ਆਤਮਕ ਆਹਾਰੀ ਸ਼ਬਦ ਲੰਗਰ ਸਾਨੂੰ ਨਹੀਂ ਵਰਤਾਇਆ, ਜਿਸ ਕਰਕੇ ਅਸੀਂ ਸੁਨਹਿਰੀ ਗੁਰੂ ਉਪਦੇਸ਼ਾਂ ਤੇ ਗੁਰਬਾਣੀ ਤੋਂ ਦੂਰ ਹੋ ਕੇ ਆਪਣੇ ਅਮੋਲਕ ਵਿਰਸੇ ਤੋਂ ਟੁੱਟ ਗਏ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ।
ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।